ਵੱਡੀ ਖਬਰ ਦੇ ਨਾਲ ਕਰਾਂਗੇ। ਦੱਸੇ ਕਿ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਅੱਜ ਵੱਡੀ ਮੀਟਿੰਗ ਹੈ। ਚੰਡੀਗੜ੍ਹ ਦੇ ਵਿੱਚ ਦੁਪਹਿਰ 11 ਵਜੇ ਬੈਠਕ ਸ਼ੁਰੂ ਹੋਵੇਗੀ ਤੇ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਵਿਚਾਲੇ ਇਸ 7ਵੇਂ ਗੇੜ ਦੀ ਮੀਟਿੰਗ ਹੈ। ਦੱਸੇ ਕਿ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਲ ਮੀਟਿੰਗ ਹੋਵੇਗੀ ਤੇ ਮਰਨਵਰ ਤੇ ਬੈਠੇ ਹੋਏ ਡੱਲੇਵਾਲ ਵੀ ਖਾਸ ਤੌਰ ਤੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ। ਦੋਵਾਂ ਫੋਰਮਾਂ ਤੋਂ 14 ਕਿਸਾਨ ਮੀਟਿੰਗ ਦਾ ਹਿੱਸਾ ਬਣਨਗੇ। ਪਿਛਲੀ ਮੀਟਿੰਗ ਦੇ ਵਿੱਚ ਐਮਐਸਪੀ ਨੂੰ ਲੈ ਕੇ ਵਿਸਥਾਰ ਚਰਚਾ ਕੀਤੀ ਗਈ ਸੀ, ਲੇਕਿਨ ਜਿਹੜੀ ਹੈ ਮੀਟਿੰਗ ਆਪਣੇ ਆਪ ਦੇ ਵਿੱਚ ਖਾਸ ਇਸ ਕਰਕੇ ਵੀ ਹੋਵੇਗੀ ਕਿਉਂਕਿ ਪਿਛਲੇ 6 ਗੇੜ ਦੀ ਜਿਹੜੀ ਮੀਟਿੰਗ ਹੋਈ ਸੀ ਉਹਨਾਂ 6 ਮੀਟਿੰਗਾਂ ਦੇ ਵਿੱਚ ਕੋਈ ਵੀ ਇੱਕ ਠੋਸ ਨਤੀਜਾ ਬਾਹਰ ਨਹੀਂ ਆਇਆ ਸੀ। ਹੁਣ ਦੇਖਣਾ ਹੋਵੇਗਾ ਕਿ 7ਵੇਂ ਗੇੜ ਦੀ ਮੀਟਿੰਗ ਦੇ ਵਿੱਚ ਕੀ ਅਹਿਮ ਫੈਸਲੇ ਜਿਹੜੇ ਨੇ ਲਏ ਜਾਂਦੇ ਨੇ ਕਿ ਉਹ ਚਰਚੇ ਰਹਿਣਗੇ ਜਿਸ ਤੇ ਵਿਸਥਾਰ ਦੇ ਨਾਲ ਚਰਚਾ ਕੀਤੀ ਜਾਏਗੀ ਤੇ ਕੀ ਕੁਝ ਸੋਲੂਸ਼ਨ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਲਈ ਕੇਂਦਰ ਸਰਕਾਰ ਲੈ ਕੇ ਆ ਰਹੀ ਹੈ। ਤੇ ਵੱਡੀ ਖਬਰ ਚੰਡੀਗੜ੍ਹ ਦੇ ਵਿੱਚ ਦੁਪਹਿਰ 11 ਵਜੇ ਦੱਸਦੇ ਕਿ ਮੀਟਿੰਗ ਦੀ ਸ਼ੁਰੂਆਤ ਹੋ ਜਾਵੇਗੀ ਤੇ ਸਵੇਰ 11 ਵਜੇ ਜਿਹੜਾ ਹੈ ਦੱਸਦੇ ਕਿ ਕੇਂਦਰ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮੀਟਿੰਗ ਦੇ ਮਰਨਵਰ ਤੇ ਬੈਠੇ ਡੱਲੇਵਾਲ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ। ਦੱਸਦੇ ਕਿ ਦੋਵਾਂ ਫੋਰਮਾਂ ਤੋਂ 14 ਕਿਸਾਨ ਜਿਹੜੇ ਨੇ ਉਹ ਮੀਟਿੰਗ ਦਾ ਹਿੱਸਾ ਬਣਨਗੇ। ਡੱਲੇਵਾਲ ਜਿਹੜੇ ਨੇ ਖਾਸ ਤੌਰ ਤੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਰਹੇ ਨੇ। ਤੁਹਾਨੂੰ ਦੱਸਦੇ ਕਿ ਪਿਛਲੇ 6 ਗੇੜ ਦੀ ਮੀਟਿੰਗ ਦੇ ਵਿੱਚ ਕੋਈ ਵੀ ਇੱਕ ਖਾਸ ਨਤੀਜਾ ਜਿਹੜਾ ਇੱਕ ਠੋਸ ਨਤੀਜਾ ਸਾਹਮਣੇ ਨਹੀਂ ਆਇਆ ਹੈ। ਕਿਸਾਨਾਂ ਦੇ ਜਿਹੜੀਆਂ ਸਮੱਸਿਆਵਾਂ ਨੇ ਉਸ ਦਾ ਕੋਈ ਵੀ ਹੱਲ ਜਿਹੜਾ ਨਹੀਂ ਨਿਕਲ ਸਕਿਆ ਹੈ ਤੇ ਹੁਣ 7ਵੇਂ ਗੇੜ ਦੀ ਮੀਟਿੰਗ ਦੇ ਵਿੱਚ ਦੇਖਣਾ ਅਹਿਮ ਹੋਵੇਗਾ ਕਿ ਕੇਂਦਰ ਸਰਕਾਰ ਦੇ ਕੋਲ ਕਿਸਾਨਾਂ ਦੀਆਂ ਇਹਨਾਂ ਸਮੱਸਿਆਵਾਂ ਦਾ, ਕਿਸਾਨਾਂ ਦੇ ਐਮਐਸਪੀ ਦੀ ਮੰਗ ਦਾ ਜਾਂ ਫਿਰ ਉਹ तमाम ਮੰਗ ਜੋ ਕਿ ਐਮਐਸਪੀ ਦੇ ਨਾਲ ਕਿਸਾਨ ਕਰ ਰਹੇ ਨੇ ਉਹਨਾਂ ਦਾ ਕੀ ਜਿਹੜਾ ਹੈ ਕਹਿ ਸਕਦੇ ਆ ਕਿ ਉਹਨਾਂ ਦੇ ਵੱਲੋਂ ਕੀ ਕੁਝ ਉਹ ਸੁਝਾਅ ਰੱਖੇ ਜਾ ਰਹੇ ਨੇ, ਕੀ ਕੁਝ ਉਹ ਪ੍ਰਸਤਾਵ ਰੱਖੇ ਜਾ ਰਹੇ ਨੇ ਕਿਸਾਨਾਂ ਵਾਸਤੇ ਤੇ ਕਿਸਾਨਾਂ ਦੇ ਨਾਲ, ਕਿਸਾਨਾਂ ਦੇ ਪੱਖ ਦੇ ਨਾਲ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਕਿਸਾਨਾਂ ਦੇ ਕੋਲ ਕੀ ਉਹੀ ਮੰਗਾਂ ਨੇ ਜੋ ਉਹ ਲਗਾਤਾਰ ਮੰਗ ਕਰ ਰਹੇ ਹਨ ਜਾਂ ਫਿਰ ਕਿਸਾਨ ਹੋਰ ਵੀ ਕੁਝ ਮੰਗਾਂ ਇਸ ਵਾਰ ਲੈ ਕੇ आ रहे हैं। देखिए, आज की जो हमारी मीटिंग है, जब से दोबारा मीटिंग शुरू हुई हैं तो तीसरे दौर की है, ऐसे 7वें दौर की मीटिंग है। तो ये तो सब जो मंत्रीगण आएंगे उनके आने पर ही है कि वो क्या लेकर आते हैं। तो हम हर बार पॉजिटिव रुख लेकर आते हैं, कभी टेबल टॉक से भागे नहीं। तो हमारी ही सरकार है, हम आशावादी लोग हैं, आशा करते हैं कि सरकार एमएसपी पे कानून बनाने के लिए आप तरफ से तो कोई बात नहीं फंसी हुई, ये तो सरकार के ऊपर निर्भर है। सरकार को इसको कितना और लंबा चलाना है, कितना और खींचना है। ये तो हमारी डिमांड तो 2020-21 की आंदोलन की थी, तब उन्होंने बोला था कि एमएसपी पे हम कानून बनाएंगे। तो अभी भी जो मंत्रीगण आए थे उन्होंने बोला था कि उस पर कमेटी बनी हुई। अब 4 साल से कमेटी कोई काम नहीं कर रही, तो इसीलिए तो संघर्ष आया ना, आंदोलन 2 शुरू हुआ कि जो मांगे सरकार ने मानी थी 2020-21 में तो सरकार पीछे हट गई। तो इसीलिए ये आंदोलन खड़ा हुआ दोबारा। तो अब भी सरकार इसको कितना लंबा खींचना चाहती है सरकार के ऊपर है, सरकार पे डिपेंड करता है। लेकिन हमारा मानना यह है कि इसको जल्दी से जल्दी, इस देश का किसान है, कहीं बाहर से नहीं आया, तो जो जेन्युइन मांग है तो डिमांड है तो इसको मानना चाहिए तुरंत जल्दी से, और किसान जो है उसको खुशी, उसको हैप्पी करके उनके घर भेजना चाहिए। आज कितने किसान यूनियन इस मीटिंग में शामिल हैं और जो डल्लेवाल इतने टाइम से मरण व्रत पे बैठे हुए, भूख हड़ताल पे बैठे हुए, उनका क्या स्टेटस है हेल्थ के बारे में? देखिए, हमारी दोनों फॉर्मों से 28 लोग मीटिंग में जाते हैं, तो वो सब साथी अभी आपने देखा पहुंच गए। अभी हम दोनों फॉर्मों से खड़े हैं, सुखजीत जी खड़े हैं, औलख साहब खड़े हैं और कोहाड़ साहब यहीं पर होंगे और डल्लेवाल साहब अंदर गए। सभी साथी, पंदेर साहब आ गए हैं, सब हमारे साथी, ये सब केएमएम के भी यहाँ खड़े हैं, एसकेएम नॉन पोलिटिकल। तो ये 28 जो मेंबरों का डेपुटेशन है, तो उससे सरकार से हम बातचीत करेंगे। तो सरकार अब उसमें लेकर आती है नहीं लेकर आती, उसके बाद रणनीति तय होगी। धन्यवाद। किसानां दी अज वड्डी मीटिंग है। मरनवर ते बैठे डल्लेवाल मीटिंग दे विच इस शामिल होणगे। दसदे कि केंद्र मंत्री शिवराज सिंह चौहान ਜਿਹੜੇ ਨੇ ਉਹ ਉਹਨਾਂ ਦੇ ਵੱਲੋਂ ਇਸ ਮੀਟਿੰਗ ਨੂੰ ਕੀਤੀ ਜਾਏਗੀ, ਉਹਨਾਂ ਦੇ ਵੱਲੋਂ ਪ੍ਰਵਾਨਗੀ ਕੀਤੀ ਜਾਏਗੀ। ਪਿਛਲੀ ਮੀਟਿੰਗ ਦੇ ਵਿੱਚ ਐਮਐਸਪੀ ਨੂੰ ਲੈ ਕੇ ਵਿਸਥਾਰ ਚਰਚਾ ਕੀਤੀ ਗਈ ਸੀ। ਹੁਣ ਵੇਖਣਾ ਹੋਵੇਗਾ ਕਿ ਇਸ ਮੀਟਿੰਗ ਦੇ ਵਿੱਚ ਕਿਹੜੇ ਉਹ ਮੁੱਦੇ ਹੋਣਗੇ ਜਿਸ ਤੇ ਵਿਸਥਾਰ ਦੇ ਨਾਲ ਚਰਚਾ ਹੋਵੇਗੀ। ਕਿਸਾਨਾਂ ਤੇ ਕੇਂਦਰ ਸਰਕਾਰ ਦੇ ਵਿਚਾਲੇ 7ਵੇਂ ਗੇੜ ਦੀ ਮੀਟਿੰਗ ਹੈ। ਪਿਛਲੇ 6 ਮੀਟਿੰਗਾਂ ਦੇ ਵਿੱਚ ਕੋਈ ਹੱਲ ਜਿਹੜਾ ਹੈ ਨਹੀਂ ਨਿਕਲ ਕੇ ਆਇਆ, ਕੋਈ ਠੋਸ ਨਤੀਜਾ ਜਿਹੜਾ ਸਾਹਮਣੇ ਨਹੀਂ ਆਇਆ ਜਿਸ ਦੇ ਕਰਕੇ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਇੱਕ ਸਮਝੌਤਾ ਵਾਲਾ ਮਾਹੌਲ ਜਿਹੜਾ ਹੈ ਬਣਾਇਆ ਜਾ ਸਕੇ। ਤੇ 7ਵੇਂ ਗੇੜ ਦੀ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਹੇਗਾ ਹੁਣ ਦੇਖਣਾ ਹੋਵੇਗਾ। ਤੇ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਇਹ ਵੱਡੀ ਮੀਟਿੰਗ